जी का खालसा वाहिगुरू जी की फतेह। सतनाम श्री वाहिगुरू साहिब जीओ। श्री राग महला पहला घर दूजा। धन जोबन अर फुलड़ा डाठी अड़े दिन चार। पाबन केरे पत जो ढल टुंबल जमन हार। धन जोबन अर फुलड़ा नाठी अड़े दिन चार। पाबन केरे पत जो ढल ढुल जमन हार। रंग मान लै प्यारिया जा जोबन नौ हुला। दिन थोड़ड़े थके भया पुराना चोला। रहा ये पवित्र वचन राग श्री राग धन धन साहिब श्री गुरु नानक देव महाराज जी के मुखार बिंद तो उचारण होए हैं। जो धन धन श्री ग्रंथ साहिब महाराज जी के पवित्र अंग 23 उपर सुभाएमान हैं। धन धन श्री गुरु नानक देव जी महाराज इन्हां पवित्र वचनां राही सानू की उपदेश बख्शिश करते हैं कि हे मनुख रंग मान लै प्यारिया। हे वीर हे प्यारिया। रहाऊ दी पंक्ति है रंग मान लै प्यारिया जा जोवन नौ हुला। जिन्ना चिर तेरा जवानी खत्म नहीं हो जाती, खराब नहीं हो जाती, मुक नहीं जाती, उस तो पहला पहला रंग मान लै। रंग तो दुनिया मानती है पर गुरु साहब उन्हां रंगां दा गल नहीं करती। सतगुरु पातशाह जी कहते परमेश्वर के नाम नाल जुड़ना कर, उस आनंद नूं भी मानना कर, उस रंग नूं मानना कर। जिस काम लई तू दुनिया विच आया वो काम करना कर। दिन थोड़े थके भया पुराना चोला। ऐ मनुखा जीवन नूं बहुता लंबा ना समझी। ये थोड़े ही दिनां दा है और ये चोला रूपी शरीर रूपी चोला जो है ये खत्म होने वाला ही है, पुराना होने वाला ही है। जदों बुढ़ापा आ जाता है तो ये चोला मानो पुराना हो जाता है। धन धन श्री गुरु नानक देव जी शब्द की आरंभता करते हैं कि किन्ना क जीवन है तेरे कोल जिन्ना क फुल्लां दा हुंदा। भाई साहब भाई गुरदास जी का वचन है दिवाली की रात दीवे बालियन। वो किन्ना क चिर चलते हैं, थोड़े समय लिए चलते हैं, फिर हवा आती है बुझ जाते हैं। फुल्लां की बागात चुन चुन चालियन। फुल्लां दी की हालत है, की औकात है। बाग विचों माली तोड़ लियाउंदा है, वो भी थोड़े समय की खुशबू हुंदी है, फिर मुक जाते हैं, सुक जाते हैं, खत्म हो जाते हैं। सो इसे तरह ही गुरु प्यारे हो यह मनुखा जीवन है। धन जोवन अर फुलड़ा नाठी अड़े दिन चार। ये 4 दिनां दा ही है। नाठी अड़े नस जान वाला है, चले जान वाला है, रहन वाला नहीं।
ਜਿਵੇਂ ਫੁੱਲਾਂ ਦੀ ਖੁਸ਼ਬੂ ਨਹੀਂ ਬਹੁਤਾ ਚਿਰ ਰਹਿੰਦੀ, ਜਿਵੇਂ ਰਾਤ ਨੂੰ ਜਗਾਏ ਹੋਏ ਦੀਵਾਲੀ ਤੇ ਦੀਵੇ ਨਹੀਂ ਬਹੁਤਾ ਚਿਰ ਰਹਿੰਦੇ, ਜਿਵੇਂ ਇਹ ਚੀਜ਼ਾਂ ਨਹੀਂ ਰਹਿੰਦੀਆਂ, ਜਿਵੇਂ ਤਿੜਕੇ ਹੋਏ ਘੜੇ 'ਚ ਪਾਣੀ ਨਹੀਂ ਰਹਿੰਦਾ। ਨੌਵੇਂ ਪ੍ਰੀਤਮ ਜੀ ਦਾ ਬਚਨ ਹੈ, ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਣ ਛਿਣ ਔਦ ਵਿਹਾਤ ਹੈ, ਫੂਟੈ ਘਟ ਜਿਉ ਪਾਣੀ। ਜਿਵੇਂ ਤਿੜਕੇ ਹੋਏ ਘੜੇ ਦੇ ਵਿੱਚੋਂ ਤਿਵਕਾ ਤਿਵਕਾ ਡਿੱਗਦੇ ਆ ਵੀ ਇੱਕ ਦਿਨ ਘੜਾ ਖਾਲੀ ਹੋ ਜਾਂਦਾ। ਆਪਾਂ ਸੋਚੀਏ ਵੀ ਤਿਵਕਾ ਕਿੱਡਾ ਕੁ, ਪਰ ਇੱਕ ਤਿਪਕਾ ਵੀ ਘੜੇ ਨੂੰ ਖਾਲੀ ਕਰ ਦਿੰਦਾ। ਇਸੇ ਤਰ੍ਹਾਂ ਛਿਨ ਛਿਨ ਕਰਕੇ, ਪਲ ਪਲ ਕਰਕੇ, ਮਿੰਟ ਸਕਿੰਟ ਕਰਕੇ ਸਾਡੀ ਜ਼ਿੰਦਗੀ ਇੱਕ ਦਿਨ ਖਤਮ ਹੋ ਜਾਣੀ ਹੈ, ਬਹੁਤੀ ਲੰਬੀ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਬਖਸ਼ਿਆ, ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਇਹ ਨਾਨਕ ਬੇਨਤੀ ਕਰਦਾ ਹੈ ਕਿ ਜਿਸ ਨੇ ਤੈਨੂੰ ਸਰੀਰ ਦਿੱਤਾ ਹੈ ਜੀਵ, ਜਿਸ ਨੇ ਤੈਨੂੰ ਪ੍ਰਾਣ ਦਿੱਤੇ ਨ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਗੁਰੂ ਦੀ ਕਿਰਪਾ ਸਦਕਾ ਕੋਈ ਬਿਰਲਾ ਇਸ ਗੱਲ ਨੂੰ ਸਮਝਦਾ ਹੈ ਕਿ ਸਾਨੂੰ ਉਸ ਪਰਮੇਸ਼ਰ ਦਾ ਸ਼ੁਕਰੀਆ ਕਰਨਾ ਚਾਹੀਦਾ ਹੈ, ਉਸ ਰੰਗ ਨੂੰ ਵੀ ਮਾਣ ਲੈਣਾ ਚਾਹੀਦਾ ਜਿਸ ਨੂੰ ਮਾਣਨ ਲਈ ਅਸੀਂ ਦੁਨੀਆ ਵਿੱਚ ਬੰਦੇ ਬਣ ਕੇ ਆਏ ਹਾਂ। ਕੇਵਲ ਮਨੁੱਖ ਧੰਦਿਆਂ ਵਿੱਚ ਹੀ ਲੱਗਿਆ ਰਹਿੰਦਾ। ਪ੍ਰੀਤਮ ਜੀ ਇੱਕ ਹੋਰ ਬਚਨ ਵਿੱਚ ਕਹਿੰਦੇ ਹਨ, ਭਰਨ ਪੋਖਣ ਸੰਗ ਔਧ ਬਿਹਾਣੀ, ਇਕੱਠਾ ਕਰ ਲਿਆ ਤੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਖਵਾ ਦਿੱਤਾ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ, ਉਸ ਪਰਮੇਸ਼ਰ ਦੀ ਗਤੀ ਨੂੰ ਨਹੀਂ ਸਮਝਿਆ, ਉਸ ਦੀ ਗੱਲ ਨੂੰ ਨਹੀਂ ਸਮਝਿਆ। ਤੋ ਇਸ ਕਰਕੇ ਇਹਨਾਂ ਪਵਿੱਤਰ ਬਚਨਾਂ ਰਾਹੀਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਸਿੱਖਾ ਇਹ ਧਨ ਵੀ ਬਹੁਤਾ ਰਹਿਣ ਵਾਲਾ ਨਹੀਂ, ਜਵਾਨੀ ਵੀ ਸਦਾ ਰਹਿਣ ਵਾਲੀ ਨਹੀਂ, ਜਿਵੇਂ ਫੁੱਲ ਵੀ ਬਹੁਤਾ ਚਿਰ ਨਹੀਂ ਰਹਿਣ ਵਾਲੇ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਰਾਜੇ ਸ਼ਿਵਨਾਵ ਨੂੰ ਉਪਦੇਸ਼ ਦੇਣ ਵਾਸਤੇ ਸੰਗਲਾਦੀਪ ਪਹੁੰਚੇ ਹੈ, ਉਹਨਾਂ ਦਿਨਾਂ 'ਚ ਗੱਲ ਬੜੀ ਫੈਲ ਗਈ ਸੀ ਕਿ ਰਾਜਾ ਬੜਾ ਵਿਰਾਗਮਾਨ ਹੋ ਗਿਆ ਅਤੇ ਉਹ ਗੁਰੂ ਨਾਨਕ ਨੂੰ ਮਿਲਣਾ ਚਾਹੁੰਦਾ ਹੈ। ਹੁਣ ਗੁਰੂ ਨਾਨਕ ਇੱਧਰ ਪੰਜਾਬ 'ਚ ਵਸਦੇ ਆ, ਉਹ ਸੰਗਲਾਦੀਪ ਅਸਾਮ 'ਚ ਵਸਦਾ ਹੈ, ਅਤੇ ਬਹੁਤ ਸਾਰੇ ਸਾਧਾਂ ਨੇ ਸੁਣਿਆ ਅਤੇ ਬਹੁਤ ਸਾਰੇ ਸਾਧ ਉੱਥੇ ਨਾਨਕ ਬਣ ਕੇ ਜਾਣ ਲੱਗੇ। ਉੱਥੇ ਜਾ ਕੇ ਕਹਿੰਦੇ ਅਸੀਂ ਨਾਨਕ ਹਾਂ। ਪਰ ਜਦੋਂ ਮਨਸੁਖ ਦਾਸ ਦਾ ਦੱਸਿਆ ਐਡਰੈਸ ਮਿਲਾਉਂਦਾ, ਉਹਨਾਂ ਨੂੰ ਪੁੱਛ ਗਿੱਛ ਕਰਕੇ ਉਹ ਐਡਰੈਸ ਮੇਲ ਨਹੀਂ ਖਾਂਦਾ, ਕਿਉਂਕਿ ਮਨਸੁਖ ਦੇ ਸੇਠ ਪਹਿਲਾਂ ਮਿਲ ਆਇਆ ਸੀਗਾ, ਉਹ ਹੀ ਇਹ ਵਿਰਾਗ ਦੀ ਚੰਗ ਲਾ ਕੇ ਆਇਆ ਸੀਗਾ, ਅਤੇ ਉਹਨੇ ਐਡਰੈਸ ਵੀ ਲਿਖ ਲਿਆ ਸੀ ਵੀ ਇਹ ਨਾਨਕ ਜੀ ਹੈ ਕੌਣ। ਉਹਨੇ ਲਿਖਾਤਾ ਸੀਗਾ ਵੀ ਉਹ ਖੱਤਰੀ ਹੈ, ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ 'ਚ ਪੈਦਾ ਹੋਏ ਹੈ, ਪ੍ਰਗਟ ਹੋਏ ਹੈ, ਸਾਰਾ ਲਿਖਾਤਾ ਸੀ। ਇਸ ਕਰਕੇ ਜਿਹੜੇ ਪਖੰਡੀ ਸਾਧ ਸਨ, ਉੱਥੇ ਬਹੁਤ ਸਾਰੇ ਸਾਧ ਆਪਣੇ ਆਪ ਨੂੰ ਨਾਨਕ ਕਹਿੰਦੇ ਸੀ। 5-4 ਵਾਰੀ ਤਾਂ ਰਾਜਾ ਭੱਜ ਕੇ ਆਇਆ ਬਰਾਗ 'ਚ, ਪਰ ਦੇਖਿਆ ਵੀ ਤਾਂ ਪਖੰਡੀ ਆਉਣ ਲੱਗ ਪਏ, ਮਿਸਯੂਜ ਕਰਦੇ ਆ ਮੇਰੇ ਬਰਾਗ ਨੂੰ, ਮੇਰੇ ਪਿਆਰ ਨੂੰ। ਤਾਂ ਰਾਜੇ ਨੇ ਕੁਝ ਇਸਤਰੀਆਂ ਦੀ ਡਿਊਟੀ ਲਾਈ, ਬੀਬੀਓ ਤੁਸੀਂ ਨਾ ਹੁਣ ਇਹ ਸਾਧਾਂ ਨੂੰ ਵੇਖਣਾ, ਪਰਖਣਾ। ਮੋਹਣੀਆਂ ਇਸਤਰੀਆਂ ਕੁਝ ਰਾਜਿਆਂ ਨੇ ਰੱਖੀਆਂ ਹੁੰਦੀਆਂ, ਜਿਹੜੀਆਂ ਚੋਰਾਂ ਠੱਗਾਂ ਨੂੰ ਪਰਖਦੀਆਂ, ਜਿਹੜੇ ਕੁੱਟੇ ਤੋਂ ਨਹੀਂ ਨਾ ਮੰਨਦੇ, ਉਹਨਾਂ ਨੂੰ ਇਸਤਰੀਆਂ ਆਪਣੇ ਮੋਹ ਵਿੱਚ ਪਾ ਕੇ ਮਨਾ ਲੈਂਦੀਆਂ, ਪੁੱਛ ਲੈਂਦੀਆਂ। ਉਹਨਾਂ ਮੋਹਣੀਆਂ ਇਸਤਰੀਆਂ ਦੀ ਡਿਊਟੀ ਲਾਤੀ ਵੀ ਤੁਸੀਂ ਜਾਇਆ ਕਰੋ, ਜਦੋਂ ਕੋਈ ਸਾਧ ਆਵੇ ਜਿਹਨਾਂ ਅਸਲੀ ਨਾਨਕ ਹੈ ਉਹਨੂੰ ਪਛਾਣੋ, ਅਤੇ ਜਿਹੜੇ ਧਰਮ ਤੋਂ ਡੋਲ ਜਾਂਦੇ ਆ ਉਹਨਾਂ ਨੂੰ ਭਜਾ ਦਿਆ ਕਰੋ। ਵਜ਼ੀਰ ਦੀ ਡਿਊਟੀ ਲਾਤੀ ਨਾਲ।
इस करके जदों बाबा नानक जी पहुँचे तो उदों भी वो इस्त्रियाँ आईयां कहदियां जी तुहाडी सेवा करने वास्ते राजे ने भेजिया। पातशाह कहते बेटा सानू सेवा की लोड़ नहीं। उत्थे कहा पुत्री धीओ गाछो पुत्री राजकुआर जे तुसी सेवा करनी है ना ब्याह करा के आपदे पति दी करो। को सतनाम श्री। वो कहनिया जी पहला बहुत साध आउंदे आ तुहाडे वर्गे क्योंकि तो परखण आईयां भी असली नानक है कि नकली है। भी तां कहनिया बहुत साध आउंदे आ जी साडी ड्यूटी लगी है सेवा करन दी। पातशाह कहंदे वो साध नहीं होने। फिर जग कौआ नाम नहीं चीत नाम विसार गिरै देख भीत। ओह कां दी विरती वाले होणगे साध नहीं होने। जिथे बुरकी देखते उत्थे डिग पैंदे आ कां वांगू। कहंदी हाँ जी तुसीं सानू आग्या दे सेवा करिए तुहाडी देखो ना असीं किन्नियां सुंदर हाँ। पातशाह ने उत्थे कहा माटी फूली रूप विकार। जिस शरीर का तुसी मान करदी हो एक फुल्ली हुई मिट्टी है विच हवा पाई हुई है गुब्बारे की तरह। जिदे सवास निकल गया उदे सुंगड़ जाती है। इस करके फूली माटी रूप को विकार गाछो पुत्री राजकुआर नाम भणो सच दौत सवार। दिमाग नूं टिकाणे करके नाम जपिया करो। तुसी मैनू क्या मोहोगियां मोहन मोहे लिया मन मोहे। गुर कै शब्द पछाना तोहे। गुरु की कृपा सदका मैं तुहानू पछाण लिया। तुसी आपदा काम करो सानू आपदा काम करन दिओ। अखीर सतगुरां ने उन्हां ते भी ऐसी कृपा की उन्हां दी मत भी टिकाणे करती। क्योंकि तड़के जाके रिपोर्ट देनी सी नाल वजीर आया सारियां जाके गल्लां दसियां फिर राजा बाबा जी नूं मिले। तो इत्थे फुल्लड़ा का अर्थ फुल भी है तो इत्थे फुल्लड़ा का अर्थ फुलिया होया शरीर जवानी। जिहड़ा बाहला सोहना गोरा चिट्टा लंबा चौड़ा सुंदर होवे अपने आप नूं बड़ा हंकार करदा मनुख। बाबा जी इहनूं फुल्ली हुई मिट्टी कहंदे आ। को सतनाम सी। माटी फुली रूप विकार। धन जोबन अर फुलड़ा ए धन ए जोबन जवानी ए फुल। नाठी अड़े दिन चार ए चार दिनां दी जिंदगी है इन्हां दी। पाबन केरे पत ज्यों पाबन एक पौधा है चपत्ती आ ਉਹਦੇ चार चार पत्ते हुंदे आ ते जिन्ना चिर तां ਉਹ पौधा पानी 'ਚ ਰਹਿੰਦਾ टहकदा ਰਹਿੰਦਾ। तो जदों सरोवर का जां उसका पानी सुक जाता जिथे वो पैदा होया है तो नाल ही वो पत्ते भी झड़ जाते आ। पाबन केरे पत ज्यों ढल ढुल जुमन हार पानी रुड़ जाता है तो चपत्ती दे पत्ते भी डिग पैंदे हन। धन जोबन यार फुलड़ा नाठी अड़े दिन चार। ये मनुखा जीवन 4 दिनां दा है। वो पाबन दे पौधे वर्गा। पाबन केरे पत ज्यों ढल ढुल जुमन हार। रंग मान लै प्यारिया ताते प्यारिया बड़े प्यार नाल सतगुरु नानक जी कहते हो प्यारिया मित्रा तू ओ आनंद मान वर्तमान दा। मनुख दुखी है जां तां बीते होए नूं याद करके जां भविख नूं याद करके। भविख नूं सोहना बनाउण लई वर्तमान खराब करी जांदा। भविख पता नहीं मिले कि ना मिले कल नूं। भविख नूं वधिया बनाउण लई वर्तमान दे विच नाम नहीं जपदा भज दौड़ विच लग्या होया। सतगुरु पातशाह जी कहंदे रंग मान लै प्यारिया जां जाब जोबन नौ हुला। हुल जाना एक बीमारी है फसल नूं लगदी है। कणक नूं भी लग जाती है सरों नूं भी लग जाती है। जिथे बलियां विच दाने नहीं पैंदे कालस पै जाती है। सरों दे विच चेपा नाम की बीमारी है उसे दा नाम हुला है।
ਤੇ ਇੱਥੇ ਹੁੱਲੇ ਦਾ ਮਤਲਬ ਹੈ ਜਿੰਨਾ ਚਿਰ ਤੇਰੀ ਇਹ ਸੁੰਦਰ ਜਵਾਨੀ ਹੈਗੀ ਹੈ, ਕਾਲੀ ਨਹੀਂ ਹੋ ਜਾਂਦੀ, ਭਾਵ ਜਿੰਨਾ ਚਿਰ ਤੂੰ ਜਵਾਨ ਹੈ, ਚੜ੍ਹਦੀ ਕਲਾ ਦਾ ਸਰੀਰ ਹੈ ਤੇਰੇ ਕੋਲ, ਉਹਨਾਂ ਚਿਰ ਤਾਂ ਆਨੰਦ ਮਾਣ ਲੈ, ਫਿਰ ਬੁਢਾਪੇ 'ਚ ਨਹੀਂ ਹੋਣਾ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਬਾਬਾ ਫਰੀਦ ਜੀ ਕਹਿੰਦੇ ਜਿਨ੍ਹਾਂ ਨੇ ਜਵਾਨੀ ਵਿੱਚ ਨਹੀਂ ਜਪਿਆ, ਫਿਰ ਉਹ ਬੁਢਾਪੇ 'ਚ ਕੌਣ ਜਪੂਗਾ? ਫਿਰ ਜਪਿਆ ਨਹੀਂ ਜਾਣਾ। ਗੱਲ ਤਾਂ ਠੀਕ ਹੈ ਬਾਬੇ ਫਰੀਦ ਜੀ ਦੀ ਵੀ, ਜਵਾਨੀ ਵਿੱਚ ਆਦਤ ਬਣ ਜਾਵੇ ਤੇ ਬੁਢਾਪੇ ਵਿੱਚ ਆਪੇ ਚੱਲੀ ਜਾਂਦਾ ਫਿਰ। ਪਰ ਸਤਿਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਬਾਬਾ, ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ। ਕਰ ਸਾਈਂ ਸੋ ਪਿਰਹੜੀ, ਰੰਗ ਨਾ ਵੇਲਾ ਹੋਏ। ਉਸ ਮਾਲਕ ਨੂੰ ਸਿਮਰਨ ਦਾ ਕੋਈ ਖਾਸ ਸਮਾਂ ਨਹੀਂ ਹੈ, ਇਹ ਤਾਂ ਹਰ ਵੇਲੇ ਸਿਮਰਨਾ ਚਾਹੀਦਾ। ਹਾਂ ਜੇ ਜਵਾਨੀ ਵੀ ਜਪ ਲਵੇ ਤਾਂ ਇਹਨੂੰ ਨਵੇਲਾ, ਇੱਕ ਨਵੇਕਲਾ ਅਨੋਖਾ ਰੰਗ ਚੜ੍ਹ ਜਾਣਾ। ਜੇ ਕਿਤੇ ਜਪ ਲਵੇ ਚੰਗੀ ਗੱਲ ਹੈ, ਪਰ ਬੁਢਾਪੇ ਵਿੱਚ ਵੀ ਯਾਦ ਕਰ ਲਵੇ ਤੇ ਉਦੋਂ ਵੀ ਸੰਭਾਲ ਲੂੰਗਾ। ਵਾਅਦਾ ਕਰਦਾ ਗੁਰੂ, ਏਕ ਚੀਤ ਜਿਹੇ ਇੱਕ ਛਨ ਧਿਆਇਓ, ਕਾਲ ਫਾਸ ਕੇ बीच ना आयो। ये मनुख जिन्ना चिर ਇਹਦੇ ਕੋਲ ਸਵਾਸ ਹੈ, जिन्ना चिर ਇਹਦੇ ਕੋਲ ਸੁੰਦਰ ਸਰੀਰ ਹੈ, ਉਹਨਾਂ ਚਿਰ ਇਹ ਉਸ ਪਰਮੇਸ਼ਰ ਨੂੰ ਜਪ ਲਵੇ ਤਾਂ ਚੰਗੀ ਗੱਲ ਹੈ। ਪਰ ਪਾਤਸ਼ਾਹ ਕਹਿੰਦੇ ਇਹ ਤਾਂ ਭੱਜਿਆ ਹੀ ਫਿਰਦਾ। ਕਾਹੇ ਭਈਆ ਫਿਰਤੇ ਫੂਲਿਆ ਫੂਲਿਆ। ਬੜਾ ਬੰਦਾ ਫੁੱਲਿਆ ਫਿਰਦਾ, ਮੇਰੇ ਵਰਗਾ ਕਿਹੜਾ ਹੈ, मैं आया कर दूँ, मैं वो कर दूँ। कहते वो दिन याद है जो पुट्ठा लमकदा सी तोरी वांगू माँ के पेट च। काहे भईया फिर तो फूलिया फूलिया, जब दस मास उर्द मह रहता, 100 दिन कैसे भूलिया। ਉਹ ਦਿਨ ਤੈਨੂੰ ਕਿਵੇਂ ਭੁੱਲ ਗਏ ਜਿਹੜੇ ਤੂੰ ਮਾਂ ਦੇ ਪੇਟ ਵਿੱਚ ਪੁੱਠੇ ਲਮਕਣ ਨੇ ਲੰਘਾਏ ਸੀ ਤੇ ਉੱਥੇ ਮਿੰਨਤਾਂ ਕਰਦਾ ਸੀ ਕਿ ਮੈਨੂੰ ਇੱਥੋਂ ਕੱਢ ਲੈ, ਫਿਰ ਮੈਂ ਤੇਰਾ ਨਾਮ ਜਪੂੰਗਾ। ਹੁਣ ਯਾਦ ਕਰ ਉਹ ਸਮਾਂ ਜਿਹੜਾ ਪਰਮੇਸ਼ਰ ਨਾਲ ਵਾਅਦਾ ਕਰਕੇ ਆਇਆ ਹੈ, ਉਹ ਸਮਾਂ ਯਾਦ ਕਰ। ਇਹ ਜਿਹੜੀ ਜ਼ਿੰਦਗੀ ਹੈ ਤੇਰੀ, ਇਹ ਬਹੁਤਾ ਚਿਰ ਰਹਿਣ ਵਾਲੀ ਨਹੀਂ ਹੈ। ਧਨ ਜੋਵਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਪਵਨ ਕੇਰੇ ਪਤ ਜਿਉ, ਢਲ ਢੁੱਲ ਜੁਮਣ ਹਾਰ। ਇੱਕ ਦਿਨ ਮੌਤ ਦਾ ਸਮਾਂ ਵੀ ਆ ਜਾਣਾ। ਪਾਤਸ਼ਾਹ ਜੀ ਕਹਿੰਦੇ ਜਿਵੇਂ ਸਰੋਵਰ ਚੋ ਛਪੜੀਆਂ ਦੇ ਕਿਨਾਰੇ ਪਵਨ ਦੇ ਪੱਤੇ ਹੁੰਦੇ ਆ, ਉਹ ਗੁਲਾਬੀ ਰੰਗ ਦਾ ਫੁੱਲ ਲੱਗਦਾ ਤੇ 4 ਪੱਤੀਆਂ ਉਹਦੇ 4 ਛਪੇਰੇ ਹੁੰਦੀਆਂ, ਚਿੱਟੇ ਰੰਗ ਦਾ ਫੁੱਲ ਵੀ ਹੁੰਦਾ। ਔਰ ਉਹਦੇ ਪੱਤੇ ਉਹਨਾਂ ਚਿਰ ਰਹਿੰਦੇ ਆ ਜਿੰਨਾ ਚਿਰ ਉਸ ਦੇ ਥੱਲੇ ਪਾਣੀ ਹੈ। ਜਦੋਂ ਪਾਣੀ ਚਲਿਆ ਜਾਂਦਾ ਤੇ ਉਹਦੇ ਪੱਤੇ ਝੜ ਜਾਂਦੇ ਆ। ਪਵਨ ਕੇਰੇ ਪਤ ਜਿਉ, ਢਲ ਢੁੱਲ ਜੁਮਨ ਹਾਰ। ਇਸੇ ਤਰ੍ਹਾਂ ਹੀ ਤੇਰੇ ਸਰੀਰ ਦੇ ਅੰਗ ਵੀ ਉਹਨਾਂ ਚਿਰ ਹੀ ਕੰਮ ਕਰਨਗੇ ਜਿੰਨਾ ਚਿਰ ਤੇਰੇ ਕੋਲ ਜਵਾਨੀ ਹੈ। ਬੁਢਾਪੇ 'ਚ ਕੀ ਹੋਊਗਾ? ਕਫ ਕੰਠ ਵਰੋਧੋ, ਨੈਣੋ ਨੀਰ ਢਰੇ। ਗਲੇ 'ਚ ਰੇਸ਼ਾ ਬਣਨ ਲੱਗ ਜਾਣਾ ਹੈ, ਅੱਖਾਂ 'ਚੋਂ ਪਾਣੀ ਵਗਣਾ, ਕੰਨਾਂ 'ਚ ਮੈਲ ਪੈ ਜਾਣੀ ਹੈ, ਕੰਨ ਬੋਲੇ ਹੋ ਜਾਣੇ ਆ। ਫਿਰ ਤਵਰੇ ਉਸ ਵੇਲੇ ਫਿਰ ਤੂੰ ਆਸ ਰੱਖਦਾ ਕਿ ਮੈਂ ਉਦੋਂ ਜਪੂੰਗਾ? ਨਹੀਂ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਹੁੱਲਾ ਹੁਣੇ ਹੀ। ਜਿੰਨਾ ਚਿਰ ਤੇਰੀ ਜਵਾਨੀ ਹੈਗੀ ਹੈ ਆਨੰਦ ਮਾਣ, ਕਿਉਂਕਿ ਜਵਾਨੀ ਦੇ ਵਿੱਚ ਹੀ ਜਪਿਆ ਜਾ ਸਕਦਾ ਹੈ, ਬੁਢਾਪੇ ਦੇ ਵਿੱਚ ਉਹੋ ਜਿਹਾ ਨਹੀਂ ਜਪਿਆ ਜਾਣਾ। ਇਸ ਕਰਕੇ ਦਿਨ ਥੋੜੇ ਥੱਕੇ ਭਇਆ ਪੁਰਾਣਾ, ਚੋਲਾ ਰਹਾਓ। ਇਹ ਜਵਾਨੀ ਥੋੜੇ ਦਿਨਾਂ ਦੀ ਹੈ, ਇਹ ਜਵਾਨੀ ਦੇ ਹੁਲਾਰੇ ਥੋੜੇ ਦਿਨਾਂ ਦੇ ਹਨ। ਵਿਸ਼ੇ ਵਿਕਾਰਾਂ ਦੀ ਗੰਦਗੀ ਵਿੱਚ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ। ਇਹ ਤਾਂ ਸਿਮਰਨ ਭਜਨ ਵਾਸਤੇ ਮਿਲਿਆ ਸੀਗਾ, ਉਹਨੂੰ ਵੀ ਬੰਦਾ ਰੰਗ ਮੰਨਣਾ ਹੀ ਕਹਿੰਦਾ।
रंग रलियां माननियां, पर असल च वो नहीं। इत्थे गुरु नानक जी कहते रंग मानण का मतलब परमेश्वर नाल जुड़ के सिमरन करके ओदा भी रंग लगता है। लाल रंग तिसको लगा जिसकै वडभागा, वो आनंद ही वखरा जी आ जावे मुड़ के जांदा ही नहीं। जरा अपाव ना हो सके जरा अवस्था माहे, पर जदों बुढ़ापा आ गया, जदों बुढ़ापा आ गया फिर जरा जिन्ना भी उपा नहीं हो सकनागा। ते बुढ़ापे दे मगरे काल भी आ रही है, मौत भी आ रही है। बाबा कबीर साहब जी कहते सूधे सूधे रेंग चलो तुम नत्र को धक्का दवैया रे, बारे बूढ़े तरने भैया सब हु जम लै जई है रे, मानस बपरा मूसा कीनो मीच बलैया खई है रे। असी तां मौत दे सामने चूहे तो वध नहीं, और मौत साडे मगर बिल्ला बन के लगी हुई है। इस करके कबीर साहब जी कहते सीधे सीधे तुरे चलो, जे परमेश्वर की प्राप्ति करनी है। भवसागर के तरन को तरन अवस्था आहे, परमेश्वर दे पाउण लई भवसागर चों निकलण लई जवानी की अवस्था वधिया है। धन जोबन यार फुलड़ा नाठी अड़े दिन चार, पबन केरे पत ज्यों ढल ढुल जुमन हार। रंग मान लै प्यारिया जा जोबन नौ हुल्ला, दिन थोड़े थके भया पुराना चोला, ते एक दिन शरीर बुढ़ापे दे हथ आ जाना है। अरहाओ सज्जन मेरे रंगले जाए सुते जीरान, जिन्हां तो तू आनंद भालदा है, जिन्हां नूं अपने सज्जन मित्र समझदा है, जिन्हां नूं आपदे समझदा है, वो देखदा किन्ने लोग शमशान घाट में सुते पे। बाबा फरीद जी कहते फरीदा कित्थे तैंडे मापिया जिन्नी तू जणियोए, कित्थे तेरा माँ प्यो जिन्हां ने तैनू जम्मिया सी, कित्थे तैडे मापिया जिन्नी तू जणियोए, तैं पाछे होए चल गए तू अजे ना पतीनो होए, तैनू हजे परत्यावा नहीं आया, हजे तैनू तसल्ली नहीं हुई, हजे तेरा मन पतीजिया नहीं। तू कदों जपेगा? तेरे वड्डे आ सुते पे आ शमशान घाट विच, किसी दी कबर बना देंदे आ, किसी दा संस्कार कर देंदे आ। सज्जन मेरे रंगले जाए सुते जीरान, तैनू क्यों नहीं फिक्र हुंदा कि हम भी वंझा डुमनी, एक दिन मैं भी उत्थे जाना। वंझा ये मुल्तान का शब्द है, मुल्तान विच कहते हैं मैं भी उत्थे वंझा मैं भी जावां। तैनू ये पता नहीं लग रहा कि तू भी एक दिन उत्थे जाना है। हम भी वंझा डोमनी रोमा झीनी वाण, तू क्यों नहीं बराग में चली जाती? तेरा सज्जन तेरा रंगला साथी चलिया गया ते तू की सोचदी है? ये जीव नूं कहंदे आ। हे जीव आत्मा देख तेरे साथी चले गए, तू भी इत्थों चली जाना है। सुंदर शरीर दे अंग हौली हौली करके साडा साथ छड्ड रहे न। बाबा फरीद जी कहते इन्हां लत्तां दे नाल मैं हज़ारां को पैंडा तय कर लिया तीर्थ यात्रावां दौरान, पर अज लत्तां मेरा साथ नहीं दे रही, वो पानी वाला गड़बा नहीं चक्किया जाता। फरीदा इन्नी निक्की जंगियां थल डूंगर पवे होम, इन्हां निक्कियां निक्कियां लत्तां दे नाल मैं थल उच्चे नीवें थां पहाड़ी यात्रा, थल डूंगर भव्योम बड़े लम्मी यात्रा की, पर अज फरीदा कूजड़ा सै कोहां थी ओम। जिस तक हथ न पहुंचे उन्होंने 100 को कह दो। प्यार तो भावें सामने ही है, पर चकना औखा हो गया। हुण ये शरीर साथ नहीं दिंदा।
चेतन है तो चेत लै निस दिन में प्राणी, छिन छिन औध बिहात है, फूटे घट ज्यो पानी। हर गुण काहे न गावही, मूर्खे अज्ञाना, झूठे लालच लाग कै न मरण पछाना। अजू कछ बिगड़ियो नहीं, हजे भी टाइम हैगा। जो प्रभ गुण गावै, कहो नानक ते भजन ते, निरभै पद पावै। हम भी वंजा डोमनी, तू क्यों नहीं कहती कि मैं भी उत्थे जाना। एक दिन डुमना हुंदा दुखी होना। ਇਹਦੇ ਵਿੱਚ बहुत सारे मुल्तान ਦੇ शब्द भी ਵਰਤੇ ਗਏ ਆ। ਬਾਣੀ ਵਿੱਚ ਸਾਰੀਆਂ ਬੋਲੀਆਂ ਵਰਤੀਆਂ, ਜਿੱਥੇ ਜਿਹੋ ਜਿਹਾ ਸ਼ਬਦ ਫਿੱਟ ਬੈਠਾ ਸਤਿਗੁਰਾਂ ਨੇ ਉਹੀ ਲਿਖ ਦਿੱਤਾ। तो डुमनी है दुखी होना, मैं भी बड़ी दुखी हाँ। मेरा सज्जन चलिया गया, मैं भी उत्थे जाना है। सज्जन मेरे रंगले जाए सुते जीरान, हम भी वंजा डोमनी रोमा झीनी वाण। झीनी वाण की है? बरीक आवाज विच। कई वारियां बीबियां ਜਿਹੜੀਆਂ मरग ते जांदियां वो एक बरीक आवाज विच रोंदियां। ਉਹਨੂੰ ਕਹਿੰਦੇ ਹਨ ਗੁਰੂ ਪਿਆਰਿਓ ਵੈਣ ਪਾਉਣੇ। ਉਹ ਝੀਨੀ ਬਾਣ ਹੈ, ਪਹਿਲਾਂ ਚਲਦੀ ਸੀ। ਹੌਲੀ ਹੌਲੀ ਉਹ ਰੋਣਾ ਉਹਨਾਂ ਦਾ, ਹੌਂਕੇ ਲੈਣੇ ਉਸ ਪਿਆਰੇ ਦੇ ਦੁੱਖ ਵਿੱਚ। ਤੈਨੂੰ ਕਿਉਂ ਨਹੀਂ ਉਸ ਮਾਲਕ ਦੀ ਯਾਦ ਆ ਰਹੀ? ਤੇਰੇ ਸਾਹਮਣੇ ਅੱਖਾਂ ਦੇ ਇੰਨੀ ਲੋਈ ਨਹੀਂ ਦੇਖਦਿਆਂ ਖੇਤੀ ਚੱਲ ਗਈ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਸਭ ਨੂੰ ਆਪੋ ਆਪਣੀ ਪਈ ਹੋਈ ਆ, ਭੱਜ ਦੌੜ 'ਚ ਪਏ ਹੋਏ ਆ, ਧੰਦਿਆਂ 'ਚ ਫਸੇ ਹੋਏ ਆ। ਔਰ ਮੈਂ ਦੇਖ ਰਿਹਾ ਇਹਨਾਂ ਅੱਖਾਂ ਦੇ ਨਾਲ ਕਿਤਨੇ ਲੋਕ ਚਲੇ ਗਏ ਦੇਖਦਾ ਹਾਂ, ਜਿਹੜੇ ਕਹਿੰਦੇ ਸੀ ਮੇਰੇ ਬਿਨਾਂ ਕੰਮ ਨਹੀਂ ਹੁੰਦਾ ਕੋਈ, ਜਿਹੜੇ ਕਹਿੰਦੇ ਸੀ ਮੇਰੇ ਬਿਨਾਂ ਪਰਿਵਾਰ ਕਿਵੇਂ ਚੱਲੂਗਾ। ਪਰਿਵਾਰ ਉਹਨਾਂ ਦਾ ਚੱਲੀ ਜਾਂਦਾ। गुरु प्यारिओ, सतगुरु श्री गुरु अर्जन देव महाराज जी के कोल एक सिख आया और सिख बड़ा फसिया होया सी परिवार के मोह च। सतगुरु अर्जन देव जी नूं कहंदा जी मेरा उधार किवें होऊगा। पातशाह कहंदे साडे कोले 6 महीने ला, तेरा उधार हो जाऊगा। कहना ना जी 6 महीने कित्थे, मैं तो 6 दिन नहीं खड़ सकदा। क्यों? महाराज बच्चों को कौन पालूगा? पिछे कोई भी नहीं, मैं ही हाँ, उन्होंने मैं ही पालदा। नहीं कहने तू रह साडे कोले 6 महीने, फिर तेनों भेज देंगे। कहना ना जी मैं रहिंदा तां नहीं गा, कोई किरपा कर दिओ। कहने चल तेरी मर्जी आ। जांदा जांदा साडी एक चिट्ठी लै जा, तो फलाने शहर साडा एक सिख रहिंदा, चिट्ठी उहनूं फड़ा दी। कहन लग्या जी ठीक आ। तो चिट्ठी उहनूं फड़ाती बंद करके, कहंदा राह च ना खोलिओ। वो चिट्ठी लिजा के सिख नूं फड़ाती भी गुरु अर्जन देव जी ने चिट्ठी दिती है भाई, तो मैं चलिया। कहने खड़ जा देखा की लिखिया इहदे च। चिट्ठी खोल के देखी, विच लिखिया सीगा ये सिख नूं अपने कोल रख लो, जान नहीं देना, भावें जबरदस्ती रखना पवे। और इस नूं जल पानी छकाओ, भोजन छकाओ, सब कुछ करो, पर इनू 6 महीने घरे नहीं जान देना गा। सिख ने चिट्ठी च पढ़िया, हुण वचन तो मनना ही सी सिख ने। वो कहने लगे भाई साहब बैठो, जल पानी छको। कहना बस पानी पुनी पिया दे फिर चलदे आ। कहते जाना नहीं हैगा। चिट्ठी च वचन है गुरु अर्जन देव जी का लिखिया भी इनू 6 महीने अपने कोल रखना है, इनू घरे नहीं जान देना, इहदा उधार करना। हुण मैं तेनू जान नहीं दिंदा। वो कहंदा ना यार मेरा घरे नहीं सरदा, मेरे जवाक जले भुखे मर जाणगे। वो कहना रहे गुरु साहब का कोई कौतक है, तेरे बाल बच्चों का ख्याल परमेश्वर ने रखना, गुरु साहब ने रखना, तू मेरे को रह 6 महीने, मैं भी सुरखरू हो जा। बचन चो पातशाह ने बचन लिख के भेजता भी जान नहीं देना। कहना मैं नहीं रुक सकता। उस सिख नूं उसनूं रखना पिया, जिवें मर्जी रखिया। उन्हें कमरे च बंद करता, प्रशादा पानी छकाउंदा है। कुछ दिन तो उन्हें हथ पैर मारे जान वास्ते, पर अखीर बह गया। की करता? गुरु साहब का हुक्म सी, सिख ने ना जान दिता।
ਉਦੋਂ ਲੋਕ ਤੁਰ ਕੇ ਜਾਇਆ ਕਰਦੇ ਸੀਗੇ, ਤੇ ਜਦੋਂ 6 ਮਹੀਨੇ ਉਹ ਘਰੇ ਨਾ ਗਿਆ ਤੇ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਵੀ ਫਲਾਨਾ ਸਿਉਂ ਗਿਆ ਸੀ ਗੁਰੂ ਜੀ ਕੋਲੇ, ਪਤਾ ਨਹੀਂ ਰਾਹ 'ਚ ਕੋਈ ਛੇਰ ਛੂਰ ਖਾ ਗਿਆ, ਮਰ ਗਿਆ ਹੋਣਾ, ਮੁੜਿਆ ਹੀ ਨਹੀਂ ਗਿਆ। ਉੱਥੋਂ ਪਤਾ ਕੀਤਾ, ਗੁਰੂ ਸਾਹਿਬ ਕਹਿੰਦੇ ਇੱਥੋਂ ਚਲਿਆ ਗਿਆ ਭਾਈ। ਹੁਣ ਪਰਿਵਾਰ ਵਾਲੇ ਜਿਹੜੇ ਆ ਉਹ ਭੁੱਖੇ ਮਰਨ ਲੱਗੇ, ਤੇ ਪਿੰਡ ਵਾਲਿਆਂ ਨੂੰ ਦਇਆ ਆਈ, ਤਰਸ ਆਇਆ, ਤੇ ਪਿੰਡ ਵਾਲਿਆਂ ਨੇ ਗੁਰੂ ਪਿਆਰਿਓ ਗੱਡਾ ਜੋੜ ਕੇ ਪਿੰਡ ਵਿੱਚੋਂ ਰਾਸ਼ਨ ਇਕੱਠਾ ਕੀਤਾ। ਸਾਲ ਭਰ ਦਾ ਰਾਸ਼ਨ, ਆਟਾ, ਦਾਲਾਂ, ਅੱਜ ਜਿਵੇਂ ਕਰੋਨਾ ਵੇਲੇ ਵੰਡਿਆ, ਸਾਲ ਭਰ ਦਾ ਰਾਸ਼ਨ ਪਿੰਡ ਵਾਲਿਆਂ ਨੇ ਇਕੱਠਾ ਕਰਕੇ ਗੱਡਾ ਭਰ ਕੇ ਉਹਨਾਂ ਦੇ ਘਰੇ ਲਾਤਾ। ਕਹਿੰਦੇ ਕੋਈ ਨਹੀਂ ਭਾਈ, ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਇਹ ਜਲ ਪਾਣੀ ਬਣਾ ਕੇ ਛਕੋ। ਉਹਨਾਂ ਧੀ ਤਾਂ ਵਿਚਾਰੇ ਭੁੱਖੇ ਮਰਦੇ ਸੀ, ਚਲੋ ਉਹਨਾਂ ਨੇ ਧਰਵਾਸ ਰੱਖਿਆ ਵੀ ਉਹ ਤਾਂ ਮਰਨ ਵਾਲਾ ਮਰ ਗਿਆ। ਚਲੋ ਪਿੰਡ ਵਾਲਿਆਂ ਨੇ ਖਿਆਲ ਕੀਤਾ, ਜਲ ਪਾਣੀ ਦਾ ਇੰਤਜ਼ਾਮ ਤਾਂ ਹੋ ਗਿਆ। ਪਹਿਲਾਂ ਬੜੀ ਗਰੀਬੀ ਸੀ ਘਰ ਵਿੱਚ, ਹੁਣ ਖੁੱਲ੍ਹਾ ਮਾਲ ਆ ਗਿਆ ਘਰੇ ਛਕਣ ਨੂੰ। ਹੁਣ ਕਦੇ ਕਦੇ ਗੱਲਾਂ ਕਰਦੇ ਆ, ਉਹੀ ਮਾੜੇ ਭਾਗਾਂ ਵਾਲਾ ਸੀਗਾ, ਉਹਦੇ ਹੁੰਦੇ ਗਰੀਬੀ ਸੀ, ਹੁਣ ਸਾਡੇ ਕੋਲੇ ਸਾਲ ਭਰ ਦਾ ਰਾਸ਼ਨ ਪਿਆ ਸਭ ਨੇ, ਹੁਣ ਉਹ ਹੈ ਨਹੀਂ ਗਾ। ਜਦੋਂ 6 ਮਹੀਨੇ ਪੂਰੇ ਹੋਏ ਤੇ ਸਿੱਖ ਨੇ ਉਸ ਨੂੰ ਲਿਜਾ ਕੇ ਗੁਰੂ ਅਰਜਨ ਦੇਵ ਜੀ ਦੇ ਪੇਸ਼ ਕਰਤਾ। ਕਹਿੰਦੇ ਲਓ ਮਹਾਰਾਜ, ਤੁਹਾਡਾ ਬਚਨ ਪੂਰਾ ਹੋ ਗਿਆ, 6 ਮਹੀਨੇ ਹੋ ਗਏ। ਕਹਿੰਦੇ ਕਿਵੇਂ ਸਿੱਖਾ, ਫਿਰ ਕਿਵੇਂ ਰਿਹਾ? ਕਾਹਦਾ ਰਿਹਾ ਮਹਾਰਾਜ, ਮੈਨੂੰ ਤਾਂ ਫਸਾਤਾ, ਉਹਨੇ ਬੰਨ੍ਹ ਕੇ ਰੱਖ ਲਿਆ, ਘਰੇ ਜਾਣ ਨਹੀਂ ਦਿੱਤਾ ਗਾ, ਪਤਾ ਨਹੀਂ ਜਵਾਕਾਂ ਦਾ ਕੀ ਬਣਿਆ ਹੋਊ ਮਗਰੋਂ। ਕਹਿੰਦੇ ਚੰਗਾ ਜਾ ਹੁਣ ਤੂੰ ਘਰੇ। ਜਦ ਘਰੇ ਗਿਆ ਤੇ ਜਵਾਕ ਰੋਣ ਲੱਗ ਪਏ, ਦੇ ਗਏ ਤਾਂ ਕੋ ਸਤਨਾਮ। ਕਿਉਂ ਰੋਏ? ਕਹਿੰਦੇ ਬੇਬੇ ਫਿਰ ਭੁੱਖੇ ਮਰਾਂਗੇ, ਬਾਪੂ ਆ ਗਿਆ। ਕੋ ਸਤਨਾਮ ਸ੍ਰੀ ਹੋਏ। ਕਿਉਂਕਿ ਪਿੰਡ ਵਾਲੇ ਨੇ ਫਿਰ ਕਹਿੰਦਾ ਮੈਨੂੰ ਆ ਗਿਆ ਮਾਲਕ, ਹੁਣ ਆਪਾਂ ਨੂੰ ਕੀ ਲੋੜ ਹੈ ਦੇਣ ਦੀ ਕੁਛ। ਕਹਿੰਦੇ ਬਾਪੂ ਆ ਗਿਆ, ਹੁਣ ਫਿਰ ਭੁੱਖੇ ਮਰਾਂਗੇ। ਤੋ ਇਸ ਕਰਕੇ ਪਾਲਣ ਵਾਲਾ ਤਾਂ ਪਰਮੇਸ਼ਰ ਹੈ, ਕੋਈ ਨਾ ਕੋਈ ਵਿਵਧ ਬਣਾ ਦਿੰਦਾ। ਦੇਖੋ ਆ ਕਰੋਨਾ ਦੇ ਵਿੱਚ ਸਾਰਿਆਂ ਦੇ ਕੰਮ ਖੜ ਗਏ। ਜੋ ਗੁਰੂ ਨਾਨਕ ਨੇ ਮਾਰਗ ਚਲਾਇਆ, ਲੰਗਰ ਚਲਾਉਣ ਦਾ, ਸੱਚੇ ਸੌਦੇ ਦਾ, ਲੋੜਵੰਦਾਂ ਦੀ ਮਦਦ ਕਰਨ ਦਾ, ਤਾਂ ਸਿੱਖਾਂ ਨੇ ਇਸ ਉੱਤੇ ਪਹਿਰਾ ਦਿੱਤਾ ਹੈ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ। ਅਸਲ ਵਿੱਚ ਗੁਰੂ ਨਾਨਕ ਨਹੀਂ ਕਰਵਾਈ ਹੈ। ਕੋਈ ਸਤਨਾਮ ਸਿੱਖ ਦੇ ਵਿੱਚ ਵਸਦਾ, ਮਨੁੱਖ ਦੇ ਵਿੱਚ ਵਸਦਾ ਹੈ। ਉਹਨਾਂ ਪਿੰਡ ਵਾਲਿਆਂ 'ਚ ਵਸਿਆ, ਉਹਨਾਂ ਨੂੰ ਸਾਲ ਭਰ ਦਾ ਰਾਸ਼ਨ ਇਕੱਠਾ ਕਰਕੇ ਦੇ ਦਿੱਤਾ। ਤਾਂ ਕਹਿਣ ਤੋਂ ਭਾਵ ਹੈ ਇਹ ਮਨੁੱਖ ਸੋਚਦਾ ਮੇਰੇ ਬਿਨਾਂ ਤਾਂ ਘਰ ਹੀ ਨਹੀਂ ਚੱਲਣਾ, ਪਰ ਪਾਤਸ਼ਾਹ ਜੀ ਕਹਿੰਦੇ ਨਹੀਂ, ਇਹਨਾਂ ਅੱਖਾਂ ਨਾਲ ਵੇਖਦੇ ਹਾਂ ਕਿਤਨੇ ਚਲੇ ਗਏ ਜਿਹੜੇ ਕਹਿੰਦੇ ਸੀ ਮੈਂ ਹੀ ਦੇਸ਼ ਚਲਾਉਣਾ, ਮੇਰੇ ਬਿਨਾਂ ਦੇਸ਼ ਨਹੀਂ ਚੱਲਦਾ, ਮੇਰੇ ਬਿਨਾਂ ਘਰ ਨਹੀਂ ਚੱਲਦਾ। ਉਹ ਸਾਰੇ ਜੰਗਲਾਂ ਵਿੱਚ ਭਾਵ ਸ਼ਮਸ਼ਾਨ ਘਾਟ ਵਿੱਚ ਸੁੱਤੇ ਪਏ ਨੇ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ, ਹੰਬੀ ਵੰਜਾ ਡੋਮਣੀ ਰੋਮਾ ਝੀਨੀ ਵਾਣ। ਮੈਂ ਵੀ ਰੋਂਦੀ ਹਾਂ ਹੁਣ, ਕਦੋਂ ਆਪਣੇ ਮਾਲਕ ਦੇ ਕੋਲ ਜਾਵਾਂ। ਜੇ ਤਿਸ ਭਾਵੈ ਸੋ ਥੀਐ, ਰੰਨ ਕੇ ਰੁੰਨੇ ਹੋਏ। ਰੋਇਆ ਕੀ ਬਣਦਾ, ਜੋ ਉਹਨੂੰ ਪਾਉਂਦਾ ਉਹ ਹੀ ਹੁੰਦਾ ਹੈ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਕੀ ਨਾ ਸੁਨੇਹੀ ਗੋਰੀਏ। ਗੋਰੀਏ ਭਾਵ ਇਸਤਰੀ ਨੂੰ ਵੀ ਹੈ, ਤੇ ਗੋਰੀ ਤੋਂ ਭਾਵ ਸਰੀਰ ਬਾਡੀ ਨੂੰ ਵੀ ਹੈ। ਜਿਸ ਗੋਰੇ ਰੰਗ ਦੀ ਬੜਾ ਬੰਦਾ ਮਾਣ ਕਰਦਾ, ਮੈਂ ਸੋਹਣਾ, ਮੇਰੇ ਵਰਗਾ ਕੌਣ ਹੈ। ਤੋ ਇਹ ਜੀਵ ਆਤਮਾ ਨੂੰ, ਜੀਵ ਇਸਤਰੀ ਨੂੰ, ਇਹ ਜੀਵ ਦੇਹੀ ਨੂੰ ਪਾਤਸ਼ਾਹ ਸੰਬੋਧਨ ਕਰਦੇ ਨੇ। ਉਹ ਸੋਹਣੀਏ ਜੀਵ ਇਸਤਰੀਏ, ਹੇ ਦੇਹੀ ਤੂੰ ਕਿਉਂ ਨਹੀਂ ਸੁਣਦੀ। ਉਹ ਕੰਨੋਂ ਤੁਸੀਂ ਕਿਉਂ ਨਹੀਂ ਸੁਣਦੇ। ਇਹ ਸਰਬਨੋ ਮੇਰਿਓ, ਸਾਚਾ ਸੁਣਨੈ ਨੋ ਪਠਾਏ। ਸਾਚਾ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕੱਲੇ ਕੱਲੇ ਅੰਗ ਨੂੰ ਤੀਜੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੇ ਵਿੱਚ ਸੰਬੋਧਨ ਕੀਤਾ ਹੈ ਕਿ ਤੁਸੀਂ ਕਿਉਂ ਨਹੀਂ ਸੁਣਦੇ। ਸੁਣੋ ਜੋ ਗੁਰੂ ਕਹਿੰਦਾ ਹੈ। ਕੀ ਨਾ ਸੁਨੇਹੀ ਗੋਰੀਏ, ਆਪਨ ਕੰਨੀ ਸੋਏ। ਤੂੰ ਸੁਣਦੀ ਕਿਉਂ ਨਹੀਂ ਗੱਲ, ਲੱਗੀ ਆਵੇ ਸਹੁਰੇ ਨਿਤ ਨ ਪਈਆ ਹੋਏ। ਉਹ ਸਿਆਣੀ ਜੀਵ ਇਸਤਰੀ, ਤੈਨੂੰ ਪਤਾ ਹੈ ਜੇ ਇੱਕ ਲੜਕੀ ਹੈ, ਇੱਕ ਬੱਚੀ ਆ, ਉਹ ਵੀ ਸਦਾ ਪੇਕੇ ਨਹੀਂ ਰਹਿ ਸਕਦੀ। ਇੱਕ ਦਿਨ ਸਹੁਰੇ ਘਰ ਚਲੀ ਜਾਂਦੀ ਹੈ, ਲੱਗੀ ਆਵੇ ਵੀ। ਸ਼ਬਦ ਜਿਹੜਾ ਹੈ ਗੁਰੂ ਪਿਆਰਿਓ,
होर देश दा है। लगी आवे सोहरे नित न पईया होए। भाव ये जीव जिहड़ा है सदा इत्थे नहीं रह सकदा, एक दिन इस नूं जाना ही पैंदा है। पोठोहार दे लोग है जिहड़े गुजरात दे लोग, ਉਹ ਚੱਲੀ ਜਾਣ ਨੂੰ ਜਾਂ ਚੱਲੀ ਆਉਣ ਨੂੰ ਲੱਗੀ ਆਵੇ ਕਹਿੰਦੇ ਨੇ। ਬੋਲੀਆਂ ਅਲੱਗ-ਅਲੱਗ ਹੈ ਨਾ ਇਲਾਕਿਆਂ ਦੀਆਂ। ਤਾਂ ਪੋਠੋਹਾਰ ਦਾ ਇਲਾਕਾ ਗੁਜਰਾਤ ਦੇ ਇਲਾਕੇ 'ਚ ਪੈਂਦਾ ਹੈ। ਉਹ ਕਹਿੰਦੇ ਹਨ ਲੱਗੀ ਆਵੇ। ਲੱਗੀ ਆਵੇ ਸਹੁਰਾ ਨਿਤ ਨ ਪਈਆ ਹੋਏ। ਪਾਤਸ਼ਾਹ ਜੀ ਕਹਿੰਦੇ ਪੇਕੇ ਸਦਾ ਨਹੀਂ ਰਿਹਾ ਜਾਂਦਾ, ਇੱਕ ਦਿਨ ਸਹੁਰੇ ਘਰ ਜਾਣਾ ਪੈਂਦਾ। ਪਰਲੋਕ ਰੂਪੀ ਸਹੁਰੇ ਪਰਮੇਸ਼ਰ ਦੇ ਕੋਲ ਇੱਕ ਦਿਨ ਤੈਨੂੰ ਜਾਣਾ ਪੈਣਾ ਹੈ, ਕੂਚ ਕਰਨਾ ਪੈਣਾ ਹੈ। ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਇੱਕ ਦਿਨ ਸਭ ਦਾ ਮੁਕਲਾਵਾ ਆਉਣਾ ਹੈ ਤੇ ਇਹਨੂੰ ਮਾਲਕ ਨੇ ਲੈ ਜਾਣਾ ਹੈ। ਜਿਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਹਨ, ਜਿਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ। ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਅਗਲੇ ਇਹਦੇ ਵਿੱਚੋਂ ਜੀਵ ਆਤਮਾ ਨੂੰ ਆਏ ਕੱਢ ਕੇ ਲੈ ਜਾਣਗੇ। ਜਿਵੇਂ ਕੋਈ ਲੜਕਾ ਵਿਆਹ ਕਰਕੇ ਕਿਸੇ ਬੱਚੀ ਨੂੰ ਉਹਦੇ ਮਾਂ ਪਿਓ ਦੇ ਰੋਂਦੇ ਆ, ਉਹਦੀਆਂ ਸਹੇਲੀਆਂ ਮਿੱਤਰਾਂ ਦੇ ਰੋਂਦੇ ਆ, ਸੱਜਣਾ ਦੇ ਰੋਂਦੇ ਆ, ਮਾਮੀਆਂ ਚਾਚੀਆਂ ਤਾਈਆਂ ਬੜਾ ਬੜਾ ਕਾਲੇ ਕੋਲ ਟੁਰਦੀ ਆ, ਪਰ ਲੈ ਹੀ ਜਾਂਦਾ ਉਹ ਕੋਈ ਸਤਨਾਮ ਸੀ। ਇਸੇ ਤਰ੍ਹਾਂ ਹੀ ਇਹ ਜੀਵ ਨੂੰ, ਇਸ ਇਸਤਰੀ ਨੂੰ, ਇਸ ਆਤਮਾ ਰੂਪੀ ਇਸਤਰੀ ਨੂੰ ਇੱਕ ਦਿਨ ਲੈ ਜਾਣਾ। ਜਿੰਦ ਨਿਮਾਣੀ ਕੱਢ ਗਿਆ ਹੱਡਾਂ ਕੋ ਕੜਕਾਏ। ਕਿਹੜਾ? ਜਿਹੜਾ ਕਹਿੰਦਾ ਮੈਂ ਸਰੀਰ ਚੋਂ ਨਿਕਲਦਾ ਨਹੀਂ ਗਾ। ਅਗਲੇ ਹੱਡ ਭੰਨ ਕੇ ਲੈ ਜਾਂਦੇ ਆ ਕੱਢ ਕੇ। ਕੋ ਸਤਨਾਮ ਸ੍ਰੀ। ਜਿੰਦ ਨਿਮਾਣੀ ਕੱਢ ਗਿਆ ਹੱਡਾਂ ਕੋ ਕੜਕਾਏ। ਸਾਹੇ ਲਿਖੇ ਨਾ ਚੱਲਣੀ। ਇੱਕ ਸਾਹੇ ਚਿੱਠੀ ਹੁੰਦੀ ਹੈ, ਉਹ 'ਤੇ ਡੇਟ ਲਿਖੀ ਹੁੰਦੀ ਆ, ਫਲਾਣੇ ਦਿਨ ਲੈਣ ਆਊਂਗਾ, ਵਿਆਹੁਣ ਆਊਂਗਾ। ਅਤੇ ਇੱਕ ਹੁੰਦੀ ਹੈ ਸਵਾਸ ਸਾਡੇ, ਇਹ ਵੀ ਸਾਹੇ ਚਿੱਠੀ ਹੈ, ਇਹ ਵੀ ਲਿਖ ਕੇ ਪਾਏ ਆ। ਜਿੱਦੇ ਇਹ ਮੋਗੇ ਉਧਰ ਵੀ ਸਮਝੋ ਜਾਣਾ ਪੈਣਾ। ਤਾਂ ਪਾਤਸ਼ਾਹ ਕਹਿੰਦੇ ਲੱਗੀ ਆਵੇ ਸਹੁਰਾ ਨਿਤ ਨ ਪਈਆ ਹੋਏ। ਸਾਹੇ ਲਿਖੇ ਨ ਚੱਲਣੀ ਜਿੰਦੋ ਕੋ ਸਮਝਾਏ। ਇਹ ਲਿਖੇ ਹੋਏ ਸਵਾਸ ਹੈ, ਸਾਹੀ ਚਿੱਠੀ ਲਿਖੀ ਹੋਈ ਹੈ। ਇਹਨੂੰ ਆਪਣੀ ਜਿੰਦ ਨੂੰ ਸਮਝਾਓ ਵੀ ਤੂੰ ਕਿਆ ਇੱਥੇ ਫਸੀ ਹੈ, ਕੁਝ ਘਰੇ ਜਾਣ ਦਾ ਫਿਕਰ ਵੀ ਕਰ ਲੈ। ਕਹੋ ਸਤਨਾਮ ਸ੍ਰੀ। ਪਰ ਕਰਦੀ ਨਹੀਂ, ਸੁਣਦਾ ਹੀ ਨਹੀਂ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਲੱਗੀ ਆਵੇ ਸਹੁਰਾ ਨਿਤ ਨ ਪਈਆ ਹੋਏ। ਸੁਣਦਾ ਹੀ ਨਹੀਂ ਗਾ। ਪਰ ਬਾਬਾ ਫਰੀਦ ਕਬੀਰ ਸਾਹਿਬ ਜੀ ਕਹਿੰਦੇ, ਫਰੀਦ ਬਾਬਾ ਕਬੀਰ ਸਾਹਿਬ, ਕਬੀਰ ਕਹਿਤਾ ਹੂੰ ਕਹਿ ਜਾਤ ਹੂੰ। ਉਹਨਾਂ ਦਾ ਗ੍ਰੰਥ ਹੈ ਚੌਰਾ। ਉਸ ਚੌਰਾ ਗ੍ਰੰਥ ਵਿੱਚ ਕਾਫੀ ਬਾਣੀ ਲਿਖੀ ਆ ਉਹਨਾਂ ਦੀ। ਇਹ ਬਚਨ ਉੱਥੇ ਲਿਖਿਆ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। कबीर कहता हूँ कह जात हूँ, कहता हूँ ढोल बजाए। तीन लोक का मोल है सवासा बिरथा जाए। ਤੇ ਜਿਹੜੇ ਸਵਾਸ ਦਿੱਤੇ ਨੇ ਉਹ ਸਾਡੇ ਐਵੇਂ ਜਾ ਰਹੇ ਆ। ਕੱਲ ਕਹਿ ਰਹੇ ਸੀਗੇ ਵੰਜ ਕਰੋ ਵਣਜਾਰਿਓ ਵਖਰ ਲਹੋ ਸੰਭਾਲ। ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ। ਉਹ ਸੌਦਾ ਇਕੱਠਾ ਕਰਿਓ ਜਿਹੜਾ ਤੁਹਾਡੇ ਨਾਲ ਜਾ ਸਕੇ। ਤੋ ਅੱਜ ਵੀ ਸਤਿਗੁਰੂ ਕਹਿ ਰਹੇ ਹਨ, ਭਲਿਆ ਮਾਨਸਾ ਇਹਨਾਂ ਸਵਾਸਾਂ ਨੂੰ ਸੰਭਾਲ, ਇਹ ਬੜੇ ਕੀਮਤੀ ਹੈ। ਜਿੱਦੇ ਮੁੱਕ ਗਏ ਫਿਰ ਹੋਰ ਨਹੀਂ ਮਿਲਣੇ। ਸਾਹੇ ਲਿਖੇ न ਚੱਲਣੀ ਜਿੰਦੂ ਕੋ ਸਮਝਾਏ। ਜਿੰਦ ਵਹੌਟੀ, ਵਹੌਟੀ ਸ਼ਬਦ ਸਾਡਾ ਮਾਲਵੇ ਦਾ ਬਹੂ ਲੜਕੀ। ਜਿੰਦ ਵਹੌਟੀ ਮਰਨ ਵਾਰ, ਜਿਹੜਾ ਮੌਤ ਹੈ ਇਹ ਇਹਦਾ ਲਾੜਾ ਹੈ। ਲੈ ਜਾਸੀ ਪਰਨਾਏ ਆਪਣ ਹੱਥੀ ਜੋਲ ਕੇ ਕਹਿਗਾ ਲੱਗੈ ਤਾਏ। ਆਪਣੇ ਹੱਥੀ ਹੀ ਤਾਂ ਸਭ ਕੁਝ ਕੀਤਾ ਹੈ। ਫਿਰ ਉਹ ਬੱਚੀ ਕਦੇ ਮਾਂ ਦੇ ਗਲੇ ਲਾ ਕੇ ਰੋਂਦੀ ਹੈ, ਕਦੇ ਪਿਓ ਦੇ ਗਲੇ ਲਾ ਕੇ ਰੋਂਦੀ ਹੈ, ਕਦੇ ਭੈਣਾਂ ਭਰਾਵਾਂ ਸਹੇਲੀਆਂ ਦੇ। ਪਰ ਜਾਣਾ ਹੀ ਪੈਣਾ। ਕਿੰਨਾ ਕੁ ਚਿਰ ਖੜੀ ਰਹੇਗੀ। ਕਹੋ ਸਤਨਾਮ ਸ੍ਰੀ। ਤਾਂ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਜਿਹੜਾ ਹੈ ਇੱਥੋਂ ਜਾਣ ਦੀ ਤਿਆਰੀ ਰੱਖੇ, ਗਠੜੀਆਂ ਬੰਨ੍ਹ ਕੇ ਰੱਖੇ ਨਾਮ ਦੀਆਂ, ਸਮਾਨ ਦੀਆਂ ਨਹੀਂ, ਨਾਮ ਦੀਆਂ। ਭਾਵ ਨਾਮ ਜਪਦਾ ਰਹੇ। ਪਤਾ ਨਹੀਂ ਕਦੋਂ ਸੱਦਾ ਆ ਜਾਵੇ ਨਿਹੰਗਾਂ ਦਾ। ਨਿਹੰਗ ਸਿੰਘਾਂ ਦਾ ਸੁਭਾਅ ਬੜਾ ਅਨੋਖਾ ਹੁੰਦਾ।
एक दरख्त ते चढ़िया दातन तोड़न लई जां कुछ होर काम लई, ते चढ़दा होया जोड़ियां सणी चढ़ी जांदा दरख्त ते। दूजा साथी कहना बाबा जी आ जोड़े तां ला दिओ। कहने क्यों? महाराज चढ़िया नहीं जाना। कहने चढ़िया जाऊगा। उत्तों सदा आ जे मैनू थले, मैं जोड़े भालदा फिरूं मुड़ के। कहो सतनाम जोड़े नहीं लाउंदे। ये निहंगां दे कोई सुभाਅ ही ऐसे हुंदे आ, उन्हां दे बोले ऐसे है। तो इस करके पातशाह जी कहते की ना सुनेही गोरीए आपन कन्नी सोए, लगी आवे सहुरै नित न पईया होए, नानक सुती पई है। ये जीव आत्मा इस मात लोक दे विच आए सुती पई है, भाव अवेसली है। मनुख सारी, कली इस्त्री की गल नहीं, सारियां दी गल है। ये मनुख बड़ा अवेसला रूपी अविद्या अज्ञानता रूपी नींद में सुता होया है। विरुति है तो रुत नाम जपण दी, पर इस रुत नूं बेरुती करी जांदा है, खराब करी जांदा है। रुत लगी सच्चे नाम की, जो बीजे सो खाए। पातशाह जी कहते नानक सुती पई है, जान बिरती सन। इहदी बिरती नूं, इस दे सवासा नूं पाड़ ला छड्डिया चोरां ने, पंजां विकारां ने, काम को लो मोह हंकार ने। चोर कंध नूं पाड़ के भाव दी सुरत नूं कढ के आप दे मगर लाई फिरदे है। ते ये जीव अज्ञानता विच उन्हां दे मगर भटक रहा है, मानो सुता होया है। इनू भोरा भी सुचेतता नहीं है कि मैं उस परमेश्वर का सिमरन करा। वेदा शास्त्रां दे ज्ञान नूं सुनदा होया भी इते पहरा नहीं दे रहा। प्रीतम जी कहते पढ़ लिख के भी मनुख 84 लाख जूनियां का सरदार बन के भी पशुआं वाले माड़े कर्मां विच फसिया होया, मंद कर्म कमाउंदा है। जान विरती सन विकार खट रहा है। गुणा गवाही गंठड़ी औगण कट्ठे करी जांदा ते गुण खत्म होंदे जा रहे हैं, क्योंकि थां तां ओही है ना। जिथे गुण भरने सीगे उत्थे ने औगण भर लए। ते सतगुरु पातशाह आसा जी की बात च कहने वस्तु अंदर वस्त समावै दूजी होवे पास। उत्थे ही कोई वस्तु रखी जाती है जिथों पहला खाली थां कर लिया जावे, पर मनुख तां इहनूं भरी फिरदा है। किवें? रस सोयना रस रूपा कामन रस परमल की वास, रस घोड़े रस मीठा मंदर। रस घोड़े रस मीठा मंदर। इस तरह पातशाह जी कहते इन्ना समान हिरदे विच भरिया होया है। दस कित्थे रखा नाम दा रस। रस सोयना रस रूपा कामन रस पलमल की वास, रस घोड़े रस सेजा मंदर, रस मीठा रस मास। इते रस शरीर के इन्ना तां भरिया छड्डिया, होर पैंदा ही नहीं इहदे विच। कै घट नाम निवास, वो नाम नूं कित्थे रखीए ताते खाली करिए इहनूं। भांडा धोए बैस धूप देवो, इहनूं साफ करिए खाली करिए, फिर पंजां प्यारियां दे हजूर पेश होके गुरु दे पेश होके इहदे विच नाम दी दात पवाईए। कै घट नाम निवास कित्थे रखां। पातशाह जी कहते इस मनुख ने गुणा गवाई गंठड़ी अवगुण चली बन। गुणा नूं खत्म कर लिया है ते अवगुणा दीयां पंडा बन के सिर ते रख के लै चले है। ते सिर दे उत्ते भारी पंड होवे ते भव सागर चों भाव पानी चों लंघना पै जावे ते किन्ना औखा होवेगा। इस करके पापां दे भार नाल संसार समुंदर चों टप्पिया नहीं जाना। गुरु किरपा करन, इन्हां नूं खत्म करन, जगत जलंदे नूं ठार के अपने चरनां नाल जोड़ के रखण। सानूं समत आवे असीं गुरमत नाल जुड़ीए। इसी अज दे पवित्र शब्द दे विचार, अगले शब्द दे विचार आपां कल दे दीवाना विच सरवण करांगे। बोलदिआं नेकां अखर बाध घाट हो जांदे। सिख संगतां ते सतगुरु बख्शण जोग है, बख्श लैना जी। समाप्ति करिए। बुलाओ फतेह पाओ फतेह। वाहिगुरू जी का खालसा वाहिगुरू जी की फतेह। वाहिगुरू।